ਖੁਸ਼ਹਾਲ ਘਰ ਅਤੇ ਘਰ ਵਿੱਚ ਆਉਂਦੇ ਹੋਏ ਪੈਸੇ ਕਿਸ ਨੂੰ ਬੁਰੇ ਲੱਗਦੇ ਆ। ਲੋਕ ਤਾਂ ਪੈਸੇ ਦੀ ਖਾਤਰ ਕੀ ਕੁਝ ਨਹੀਂ ਕਰ ਜਾਂਦੇ। ਫਿਰ ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਦੇ ਇਸ ਕੰਮ ਕਰਨ ਨਾਲ ਪੈਸੇ ਆਉਣਗੇ ਵੀ ਜਾਂ ਨਹੀਂ। ਪਰ ਮੇਰੇ ਕੋਲ ਤਾਂ ਇੱਕ ਅਜਿਹਾ ਖਜ਼ਾਨਾ ਸੀ ਜਿਸ ਦੇ ਨਾਲ ਸਾਰੀ ਗਰੀਬੀ ਅਤੇ ਭੁੱਖਮਰੀ ਖਤਮ ਕਰ ਸਕਦੀ ਸੀ। ਥੋੜਾ ਮੁਸ਼ਕਲ ਸੀ, ਇਸ ਵਜ੍ਹਾ ਨਾਲ ਮੈਂ ਉਹ ਕੰਮ ਕਰਨ ਤੋਂ ਵੀ ਬਹੁਤ ਡਰਦੀ ਸੀ। ਹਰ ਰਾਤ ਮੇਰੇ ਸੁਪਨੇ ਵਿੱਚ ਇੱਕ ਬੁੱਢਾ ਆਦਮੀ ਨਜ਼ਰ ਆਉਂਦਾ ਤੇ ਕਹਿੰਦਾ, ਟੀਨਾ ਦਾ ਵਿਆਹ ਕਰ ਦਿਓ, ਸਾਰੀ ਸਮੱਸਿਆਵਾਂ ਦੂਰ ਹੋ ਜਾਣਗੀਆਂ। ਖੈਰ, ਪਰੇਸ਼ਾਨੀ ਵਾਲੀ ਗੱਲ ਇਹ ਸੀ ਕਿ ਮੇਰੀ ਬੇਟੀ ਟੀਨਾ ਸਭ ਤੋਂ ਛੋਟੀ ਸੀ। ਇਸ ਦੀ ਬਹੁਤ ਛੋਟੀ ਉਮਰ ਸੀ। ਕਿਵੇਂ ਮੈਂ ਇੰਨੀ ਛੋਟੀ ਉਮਰ ਵਿੱਚ ਉਸ ਦਾ ਵਿਆਹ ਕਰ ਸਕਦੀ ਸੀ? ਭਲਾ ਮੇਰੀ 18 ਸਾਲ ਦੀ ਬੇਟੀ ਤਨੂ ਦੇ ਲਈ ਅਜਿਹਾ ਸੁਪਨਾ ਆਉਂਦਾ ਤਾਂ ਮੈਂ 1 ਮਿੰਟ ਨਾ ਲਾਉਂਦੀ। ਅੱਧੀ ਰਾਤ ਹੋ ਚੁੱਕੀ ਸੀ। ਸਾਰੇ ਪਾਸੇ ਹਨੇਰਾ ਫੈਲਿਆ ਹੋਇਆ ਸੀ ਅਤੇ ਮੈਂ ਸੁਪਨੇ ਵਿੱਚ ਇਸ ਤਰ੍ਹਾਂ ਖੋ ਚੁੱਕੀ ਸੀ ਕਿ ਮੈਂ ਸੋਚਿਆ, ਮੈਂ ਉੱਠ ਤਾਂ ਚੁੱਕੀ ਹਾਂ, ਸਵੇਰ ਵੀ ਹੋ ਗਈ ਆ, ਕਿਉਂ ਨਾ ਮੈਂ ਉੱਠ ਕੇ ਪੂਜਾ ਪਾਠ ਕਰ ਲਵਾਂ। ਨਹਾਉਣ ਲਈ ਆਪਣੇ ਕਮਰੇ ਵਿੱਚੋਂ ਬਾਹਰ ਨਿਕਲੀ ਤਾਂ ਮੈਨੂੰ ਅਜੀਬ ਜਿਹੀ ਦਰਦ ਨਾਲ ਕਰਲਾਉਂਦੀ ਆਵਾਜ਼ ਸੁਣਾਈ ਦਿੱਤੀ। ਇਹ ਆਵਾਜ਼ ਕਿਤੋਂ ਹੋਰ ਨਹੀਂ ਬਲਕਿ ਮੇਰੇ ਬੇਟੇ ਦੇ ਕਮਰੇ ਵਿੱਚੋਂ ਆ ਰਹੀ ਸੀ। ਮੈਂ ਆਪਣੇ ਦਿਲ 'ਤੇ ਹੱਥ ਰੱਖਿਆ ਤੇ ਭੱਜਦੀ ਹੋਈ ਉਸ ਦੇ ਕਮਰੇ ਵਿੱਚ ਗਈ। ਉਹ ਜ਼ਮੀਨ 'ਤੇ ਪਿਆ ਸੀ। ਉਸ ਦੀ ਹਾਲਤ ਇਸ ਤਰ੍ਹਾਂ ਖਰਾਬ ਸੀ ਕਿ ਮੇਰਾ ਕਾਲਜਾ ਬਾਹਰ ਨਿਕਲ ਗਿਆ। ਮੈਂ ਕਿਹਾ, ਕੀ ਹੋਇਆ ਮੇਰੇ ਬੱਚੇ? ਪੰਕਜ ਦੀਆਂ ਅੱਖਾਂ ਵਿੱਚ ਹੰਝੂ ਡਿੱਗ ਰਹੇ ਸੀ, ਪਰ ਉਹ ਕੁਝ ਵੀ ਬੋਲਣ ਦੀ ਹਾਲਤ ਵਿੱਚ ਨਹੀਂ ਸੀ। ਬੜੀ ਮੁਸ਼ਕਲ ਨਾਲ ਮੈਂ ਉਸ ਨੂੰ ਸਹਾਰਾ ਦੇ ਕੇ ਉਠਾਇਆ ਸੀ, ਉਸ ਨੂੰ ਬੈੱਡ 'ਤੇ ਪਾ ਦਿੱਤਾ ਤੇ ਉਸ ਦੇ ਮੂੰਹ ਨੂੰ ਪਾਣੀ ਦਾ ਗਲਾਸ ਲਾਇਆ। ਪੰਕਜ ਦਾ ਚਿਹਰਾ ਬਿਲਕੁਲ ਪੀਲਾ ਪੈ ਗਿਆ ਸੀ। ਥੋੜੀ ਦੇਰ ਚੁੱਪ ਰਿਹਾ, ਪਰ ਫਿਰ ਆਪਣੇ ਚਿਹਰੇ 'ਤੇ ਮੁਸਕਰਾਹਟ ਲਿਆ ਕੇ ਬੋਲਿਆ, ਮੰਮੀ ਤੁਸੀਂ ਕਿਵੇਂ ਨੀਂਦ ਵਿੱਚੋਂ ਜਾਗ ਗਏ? ਮੈਂ ਬੋਲੀ, ਬੇਟਾ ਸਵੇਰ ਹੋ ਗਈ ਆ, ਮੈਂ ਨਹਾਉਣ ਨੂੰ ਜਾ ਰਹੀ ਸੀ ਕਿ ਸੋਚਿਆ ਪੂਜਾ ਕਰ ਲਵਾਂ। ਨਹਾ ਕੇ ਉਸਨੇ ਆਪਣਾ ਸਿਰ ਹਿਲਾਇਆ। ਅਜਿਹਾ ਲੱਗਦਾ ਸੀ ਜਿਵੇਂ ਉਹ ਤਕਲੀਫ ਵਿੱਚ ਸੀ। ਮੰਮੀ, ਮੈਂ ਤੇਰੇ ਤੋਂ ਲੁਕੋ ਲੈਂਦਾ ਕਿਉਂਕਿ ਮੈਂ ਜਾਣਦਾ ਤੂੰ ਬਹੁਤ ਸਦਮੇ ਵਿੱਚ ਚਲੀ ਜਾਂਦੀ ਆ। ਪਰ ਮੰਮੀ, ਮੈਂ ਅੱਜ ਤੈਨੂੰ ਆਪਣਾ ਇਸ ਤਰ੍ਹਾਂ ਤੜਫਦਾ ਹੋਇਆ ਹਾਲ ਦੱਸ ਹੀ ਦਿੰਨਾ। ਪਰ ਜੇ ਤੁਸੀਂ ਰੱਬ ਦੇ ਅੱਗੇ ਪ੍ਰਾਰਥਨਾ ਕਰੋ ਤਾਂ ਮੇਰੇ ਲਈ ਵੀ ਕਰਨੀ ਕਿ ਉਹ ਮੈਨੂੰ ਇਸ ਬਿਮਾਰੀ ਵਿੱਚੋਂ ਬਚਾ ਲਵੇ, ਨਹੀਂ ਮੈਨੂੰ ਆਪਣੇ ਕੋਲ ਬੁਲਾ ਲਵੇ। ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ, ਬਸ ਮੈਨੂੰ ਸਕੂਨ ਮਿਲ ਜਾਵੇ। ਬੇਟੇ ਦੀ ਗੱਲ ਸੁਣ ਕੇ ਮੈਂ ਦਿਲ 'ਤੇ ਹੱਥ ਰੱਖ ਲਿਆ। ਮੈਂ ਬੋਲੀ, ਰੱਬ ਨਾ ਕਰੇ ਪੰਕਜ ਤੈਨੂੰ ਕੁਝ ਹੋਵੇ। ਅੱਗੇ ਤੋਂ ਅਜਿਹਾ ਸ਼ਬਦ ਆਪਣੇ ਮੂੰਹ ਵਿੱਚੋਂ ਨਾ ਕੱਢੀ। ਪੰਕਜ ਬਹੁਤ ਤਕਲੀਫ ਵਿੱਚ ਸੀ, ਪਰ ਉਸਨੇ ਆਪਣੀਆਂ ਅੱਖਾਂ 'ਤੇ ਹੱਥ ਰੱਖ ਲਿਆ ਤੇ ਬੋਲਿਆ, ਮੰਮੀ ਮੈਂ ਸੌਣਾ ਚਾਹੁੰਦਾ ਹਾਂ, ਮੈਨੂੰ ਨੀਂਦ ਆ ਰਹੀ ਆ। ਮੈਂ ਉੱਠ ਕੇ ਬਾਹਰ ਆ ਗਈ, ਪਰ ਪੰਕਜ ਦੇ ਦਰਵਾਜ਼ੇ ਦੇ ਨਾਲ ਲੱਗ ਕੇ ਬਹਿ ਗਈ। ਮੈਂ ਜਾਣਦੀ ਸੀ ਕਿ ਉਹ ਠੀਕ ਨਹੀਂ ਆ, ਉਸ ਨੂੰ ਨੀਂਦ ਨਹੀਂ ਆਉਣ ਵਾਲੀ। ਉਹ ਅੰਦਰ ਰੋ ਰਿਹਾ ਸੀ ਤੇ ਮੈਂ ਬਾਹਰ ਵਿਹੜੇ ਵਿੱਚ ਬੈਠੀ ਰੋ ਰਹੀ ਸੀ। ਇਸ ਤਰ੍ਹਾਂ ਹੀ ਰਾਤ ਲੰਘ ਗਈ ਤੇ ਸਵੇਰ ਦਾ ਉਜਾਲਾ ਚਾਰੇ ਪਾਸੇ ਫੈਲ ਗਿਆ। ਪੰਕਜ ਸੌਂ ਗਿਆ ਤੇ ਉਸ ਦੀਆਂ ਭੈਣਾਂ ਉੱਠ ਕੇ ਕਮਰੇ ਵਿੱਚੋਂ ਬਾਹਰ ਆ ਗਈਆਂ। ਮੈਂ ਉਹਨਾਂ ਨੂੰ ਸਖਤੀ ਨਾਲ ਮਨ੍ਹਾ ਕੀਤਾ ਕਿ ਤੁਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਰੌਲਾ ਨਾ ਪਾਇਓ, ਕਿਉਂਕਿ ਪੰਕਜ ਬੜੀ ਮੁਸ਼ਕਲ ਨਾਲ ਸੁੱਤਾ ਸੀ। ਮੇਰਾ 18 ਸਾਲ ਦਾ ਬੇਟਾ, ਜਿਸ ਦੇ ਦੋਵੇਂ ਗੁਰਦੇ ਖਰਾਬ ਹੋ ਚੁੱਕੇ ਸੀ, ਉਸ ਦੇ ਦੋਵੇਂ ਗੁਰਦਿਆਂ ਵਿੱਚ ਪੱਥਰੀਆਂ ਹੋ ਗਈਆਂ ਸੀ। ਹਰ ਮਹੀਨੇ ਉਸ ਦੇ ਗੁਰਦਿਆਂ ਦੀ ਸਫਾਈ ਕਰਾਉਣੀ ਪੈਂਦੀ ਸੀ ਅਤੇ ਇਸ ਚੀਜ਼ ਵਿੱਚ ਇੰਨਾ ਖਰਚਾ ਆ ਜਾਂਦਾ ਸੀ ਕਿ ਦੱਸਣਾ ਮੁਸ਼ਕਲ ਸੀ। ਇਸ ਵਾਰ ਉਸ ਦੇ ਗੁਰਦਿਆਂ ਦੀ ਸਫਾਈ ਕਰਵਾਏ ਹੋਏ 1.5 ਮਹੀਨਾ ਹੋ ਚੁੱਕਾ ਸੀ, ਪਰ ਸਾਡੇ ਕੋਲ ਪੈਸੇ ਨਹੀਂ ਸੀ। ਇਸ ਵਜ੍ਹਾ ਨਾਲ ਉਹ ਬਹੁਤ ਜ਼ਿਆਦਾ ਤਕਲੀਫ ਚੱਲ ਰਿਹਾ ਸੀ। ਪੰਕਜ ਦੇ ਪਾਪਾ ਜਦੋਂ ਉੱਠੇ ਤਾਂ ਮੈਂ ਉਸ ਦੇ ਸਾਹਮਣੇ ਹੱਥ ਜੋੜ ਕੇ ਕਿਹਾ, ਕਿਵੇਂ ਨਾ ਕਿਵੇਂ ਕਰਕੇ ਪੈਸੇ ਦਾ ਇੰਤਜ਼ਾਮ ਕਰ ਦਿਓ, ਮੇਰੇ ਬੇਟੇ ਦੀ ਹਾਲਤ ਬਹੁਤ ਖਰਾਬ ਆ। ਮੇਰੇ ਪਤੀ ਨੇ ਜਦੋਂ ਇਹ ਸੁਣਿਆ ਤਾਂ ਉਹ ਰੋਣ ਲੱਗੇ ਤੇ ਬੋਲੇ, ਰਮਾ ਮੈਨੂੰ ਖੁਦ ਹੀ ਸਮਝ ਨਹੀਂ ਆਉਂਦਾ ਕਿ ਮੈਂ ਕੀ ਕਰਾਂ, ਕਿਸ ਦੇ ਅੱਗੇ ਜਾ ਕੇ ਹੱਥ ਫੈਲਾਵਾਂ। ਕੋਈ ਅਜਿਹਾ ਆਦਮੀ ਨਜ਼ਰ ਹੀ ਨਹੀਂ ਆਉਂਦਾ ਜਿਸ ਤੋਂ ਮੈਂ ਇਹ ਉਮੀਦ ਲਗਾਵਾਂ ਕਿ ਉਹ ਮੈਨੂੰ ਪੈਸੇ ਦੇ ਦਿਓ, ਕਿਉਂਕਿ ਮੈਂ ਤਾਂ ਪਹਿਲਾਂ ਹੀ ਕਰਜ਼ ਨਹੀਂ ਉਤਾਰ ਸਕਿਆ। ਇਸ ਤਰ੍ਹਾਂ ਬੜੀ ਪਰੇਸ਼ਾਨੀ ਨਾਲ ਦਿਨ ਲੰਘ ਰਹੇ ਸੀ। ਮੈਂ ਸਾਰੀ ਰਾਤ ਰੋ ਰੋ ਕੇ ਰੱਬ ਅੱਗੇ ਪ੍ਰਾਰਥਨਾ ਕਰਦੀ। ਅੱਜ ਮੈਨੂੰ ਬੜੇ ਦਿਨਾਂ ਬਾਅਦ ਗਹਿਰੀ ਨੀਂਦ ਆਈ ਸੀ। ਮੈਂ ਉਹ ਬੁੱਢਾ ਆਦਮੀ ਦੇਖਿਆ ਸੀ ਜੋ ਅਕਸਰ ਮੇਰੇ ਸੁਪਨਿਆਂ ਵਿੱਚ ਆਉਂਦਾ ਸੀ। ਕਹਿਣ ਲੱਗਿਆ, ਤੂੰ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ, ਆਪਣੇ ਬੇਟੇ ਨੂੰ ਵੀ ਤਕਲੀਫ ਵਿੱਚੋਂ ਨਹੀਂ ਕੱਢ ਸਕੀ। ਤੇਰੀ ਸਾਰੀ ਪਰੇਸ਼ਾਨੀਆਂ ਦਾ ਹੱਲ ਟੀਨਾ ਦੇ ਵਿਆਹ ਵਿੱਚ ਆ। ਉਸ ਦਾ ਵਿਆਹ ਕਰਦੇ ਰਾਤੋਂ ਰਾਤ ਮਾਲੋ ਮਾਲ ਹੋ ਜਾਏਗੀ। ਇਹ ਸੁਪਨਾ ਦੇਖ ਕੇ ਮੈਂ ਹੜਬੜਾ ਕੇ ਉੱਠੀ ਬੈਠੀ। ਮੇਰਾ ਪਤੀ ਪ੍ਰਤਾਪ ਪਹਿਲਾਂ ਤੋਂ ਹੀ ਜਾਗ ਰਿਹਾ ਸੀ।
ਕਹਿਣ ਲੱਗੇ, ਕੀ ਹੋਇਆ ਰਮਾ, ਕੋਈ ਡਰਾਵਣਾ ਸੁਪਨਾ ਦੇਖ ਲਿਆ? ਮੈਂ ਕਿਹਾ, ਪ੍ਰਤਾਪ, ਟੀਨਾ ਦੇ ਲਈ ਕੋਈ ਰਿਸ਼ਤਾ ਲੱਭ ਲਾ। ਉਸ ਦਾ ਵਿਆਹ ਕਰਨਾ ਚਾਹੁੰਦੀ ਹਾਂ। ਮੈਂ ਅੱਜ ਫੈਸਲਾ ਕਰ ਲਿਆ ਕਿ ਮੈਂ ਬੇਟੇ ਦੀ ਖਾਤਰ ਟੀਨਾ ਨੂੰ ਕੁਰਬਾਨ ਕਰ ਦਿਆਂਗੀ। ਪ੍ਰਤਾਪ ਕਹਿਣ ਲੱਗੇ, ਹਾਂ ਹਾਂ, ਤੂੰ ਫਿਕਰ ਨਾ ਕਰ, ਮੈਂ ਤਨੂ ਦੇ ਲਈ ਇੱਕ ਜਗ੍ਹਾ 'ਤੇ ਰਿਸ਼ਤੇ ਦੀ ਗੱਲ ਕੀਤੀ ਹੋਈ ਆ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਕਿਹਾ, ਤਨੂ ਦੀ ਨਹੀਂ, ਟੀਨਾ ਦੀ ਗੱਲ ਕਰ ਰਹੀ ਹਾਂ। ਮੇਰੇ ਪਤੀ ਨੇ ਮੈਨੂੰ ਅਜਿਹੀ ਨਜ਼ਰ ਨਾਲ ਦੇਖਿਆ ਜਿਵੇਂ ਉਹ ਕਹਿ ਰਹੇ ਹੋਣ, ਤੂੰ ਹੋਸ਼ ਵਿੱਚ ਤਾਂ ਹੈਗੀ ਆ। ਮੈਂ ਕਿਹਾ, ਪ੍ਰਤਾਪ, ਦੁਨੀਆ ਇੱਧਰ ਦੀ ਉੱਧਰ ਹੋ ਜਾਵੇ, ਮੈਂ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣੀ ਬੇਟੀ ਨੂੰ ਵਿਦਾ ਕਰਨਾ ਚਾਹੁੰਦੀ ਹਾਂ। ਪ੍ਰਤਾਪ ਬੋਲੇ, ਰਮਾ, ਤੂੰ ਜਾਣਦੀ ਵੀ ਆ ਕੀ ਕਹਿ ਰਹੀ ਆ? ਟੀਨਾ ਦੀ ਉਮਰ ਹਾਲੇ ਬਹੁਤ ਛੋਟੀ ਆ, ਉਸ ਦਾ ਵਿਆਹ ਕਿਵੇਂ ਕਰ ਸਕਦੇ ਆ? ਉਸ ਦੇ ਵਿਆਹ ਦੀ ਉਮਰ ਨਹੀਂ। ਮੈਂ ਨਾ ਵਿੱਚ ਸਿਰ ਹਿਲਾ ਦਿੱਤਾ ਤੇ ਕਿਹਾ, ਪ੍ਰਤਾਪ, ਟੀਨਾ ਦਾ ਵਿਆਹ ਕਰਨਾ ਚਾਹੁੰਦੀ ਆ ਤੇ ਕਰਕੇ ਹੀ ਰਹੂੰਗੀ। ਪ੍ਰਤਾਪ ਬੋਲੇ, ਇਹੋ ਜਿਹਾ ਵੀ ਕੀ ਹੋ ਗਿਆ, ਤੂੰ ਵੱਡੀ ਬੇਟੀ ਨੂੰ ਛੱਡ ਕੇ ਛੋਟੀ ਦੇ ਪਿੱਛੇ ਹੱਥ ਧੋ ਕੇ ਪੈ ਗਈ? ਟੀਨਾ ਤੇ ਕੋਈ ਗਲਤੀ ਹੋਈ ਆ? ਕੁਝ ਅਜਿਹਾ ਹੋਇਆ ਜੋ ਤੂੰ ਮੇਰੇ ਤੋਂ ਲੁਕੋ ਰਹੀ ਆ? ਮੈਂ ਕਿਹਾ ਕਿ ਟੀਨਾ ਤੋਂ ਕੁਝ ਵੀ ਗਲਤ ਨਹੀਂ ਹੋਇਆ। ਫਿਰ ਮੈਂ ਆਪਣੇ ਪਤੀ ਨੂੰ ਆਪਣੇ ਸੁਪਨੇ ਦੇ ਬਾਰੇ ਦੱਸਿਆ ਕਿ ਮੈਨੂੰ 3 ਹਫ਼ਤਿਆਂ ਤੋਂ ਇੱਕ ਹੀ ਸੁਪਨਾ ਆ ਰਿਹਾ। ਇਹ ਕੋਈ ਆਮ ਗੱਲ ਨਹੀਂ, ਇਸ ਤਰ੍ਹਾਂ ਸੁਪਨਾ ਬਾਰ-ਬਾਰ ਨਹੀਂ ਆਉਂਦਾ ਹੁੰਦਾ। ਮੇਰੇ ਪਤੀ ਕਹਿਣ ਲੱਗੇ, ਮੈਨੂੰ ਅਜਿਹੀਆਂ ਗੱਲਾਂ 'ਤੇ ਵਿਸ਼ਵਾਸ ਨਹੀਂ, ਇਸ ਲਈ ਤੂੰ ਆਪਣੇ ਖਿਆਲਾਂ ਨੂੰ ਆਪਣੇ ਤੱਕ ਹੀ ਰੱਖ। ਪਹਿਲਾਂ ਆਪਾਂ ਤਨੂ ਦਾ ਵਿਆਹ ਕਰਾਂਗੇ, ਉਸ ਤੋਂ ਬਾਅਦ ਛੋਟੀ ਦਾ ਹੋਵੇਗਾ। ਇਹ ਸੁਣ ਕੇ ਮੈਂ ਚੁੱਪ ਹੋ ਗਈ ਤੇ ਸਮਝ ਗਈ ਕਿ ਪ੍ਰਤਾਪ ਇੰਨੀ ਜਲਦੀ ਨਹੀਂ ਮੰਨੇਗਾ। ਮੈਨੂੰ ਪ੍ਰਤਾਪ ਨੂੰ ਮਨਾਉਂਦੇ 3 ਹਫ਼ਤੇ ਲੰਘ ਗਏ, ਪਰ ਇਸ ਵਿਚਕਾਰ ਪੰਕਜ ਦੇ ਇਲਾਜ ਲਈ ਪੈਸਿਆਂ ਦਾ ਇੰਤਜ਼ਾਮ ਨਹੀਂ ਹੋ ਰਿਹਾ ਸੀ। ਡਾਕਟਰ ਬਾਰ-ਬਾਰ ਇਹੀ ਕਹਿ ਰਿਹਾ ਸੀ ਕਿ ਉਸ ਦੇ ਗੁਰਦਿਆਂ ਵਿੱਚ ਜ਼ਹਿਰ ਫੈਲ ਰਿਹਾ, ਜਿੰਨਾ ਜਲਦੀ ਹੋ ਸਕੇ ਉਸ ਦੀ ਸਫਾਈ ਕਰਵਾ ਲਓ, ਨਹੀਂ ਤਾਂ ਬਚਣ ਦੀ ਕੋਈ ਉਮੀਦ ਨਹੀਂ। ਇਸ ਵਾਰ ਅਜਿਹਾ ਲੱਗ ਰਿਹਾ ਸੀ ਜਿਵੇਂ ਚਾਰੇ ਪਾਸੇ ਦਰਵਾਜ਼ੇ ਬੰਦ ਹੋ ਗਏ ਹੋਣ। ਪੰਕਜ ਦੀ ਹਾਲਤ ਦਿਨ-ਬ-ਦਿਨ ਵਿਗੜਦੀ ਜਾ ਰਹੀ ਸੀ। ਇੱਕ ਦਿਨ ਪੰਕਜ ਪ੍ਰਤਾਪ ਕੋਲ ਬੈਠਾ ਬੇਹੋਸ਼ ਹੋ ਗਿਆ। ਪ੍ਰਤਾਪ ਮੇਰਾ ਹੱਥ ਫੜ ਕੇ ਮੈਨੂੰ ਕਮਰੇ ਵਿੱਚ ਲੈ ਗਿਆ ਤੇ ਬੋਲਿਆ, ਰਮਾ, ਤੈਨੂੰ ਸੱਚੀ ਸੁਪਨੇ ਆਉਂਦੇ ਆ? ਅਜਿਹਾ ਤਾਂ ਨਹੀਂ ਕਿ ਆਪਾਂ ਬੇਟੇ ਦੇ ਇਲਾਜ ਦੀ ਵਜ੍ਹਾ ਨਾਲ ਟੀਨਾ ਦੀ ਜ਼ਿੰਦਗੀ ਤਬਾਹ ਕਰ ਦਈਏ ਤੇ ਕੁਝ ਹਾਸਿਲ ਵੀ ਨਾ ਹੋਵੇ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦਾ ਕਿ ਵਿਆਹ ਨਾਲ ਸਾਡੀਆਂ ਸਮੱਸਿਆਵਾਂ ਕਿਵੇਂ ਬਦਲ ਜਾਣਗੀਆਂ। ਮੈਂ ਰੋਣ ਲੱਗੀ ਤੇ ਬੋਲੀ, ਪ੍ਰਤਾਪ, ਮੈਂ ਕੁਝ ਨਹੀਂ ਜਾਣਦੀ, ਬਸ ਇੰਨਾ ਪਤਾ ਕਿ ਮੈਂ ਹਰ ਰੋਜ਼ ਉਸ ਆਦਮੀ ਨੂੰ ਦੇਖਦੀ ਹਾਂ। ਪ੍ਰਤਾਪ ਕਹਿਣ ਲੱਗਾ, ਠੀਕ ਆ, ਤੂੰ ਆਪਣੇ ਜਾਣਨ ਵਾਲਿਆਂ ਨਾਲ ਟੀਨਾ ਦੇ ਰਿਸ਼ਤੇ ਬਾਰੇ ਗੱਲ ਕਰ ਲੈ। ਮੈਨੂੰ ਪਤਾ ਪ੍ਰਤਾਪ ਨੇ ਇਹ ਗੱਲ ਬੜੀ ਮਜਬੂਰੀ ਵਿੱਚ ਕਹੀ ਸੀ, ਕਿਉਂਕਿ ਉਹ ਆਪਣੀ ਬੇਟੀ ਟੀਨਾ ਨੂੰ ਬਹੁਤ ਪਿਆਰ ਕਰਦਾ ਸੀ। ਕਦੇ-ਕਦੇ ਇਨਸਾਨ ਆਪਣੀਆਂ ਸਮੱਸਿਆਵਾਂ ਤੋਂ ਇੰਨਾ ਮਜਬੂਰ ਹੋ ਜਾਂਦਾ ਕਿ ਫਿਰ ਉਸ ਨੂੰ ਆਪਣਾ ਚੰਗਾ ਮਾੜਾ ਕੁਝ ਨਹੀਂ ਦਿਸਦਾ। ਸ਼ਾਮ ਨੂੰ ਮੈਂ ਰਿਸ਼ਤੇ ਕਰਵਾਉਣ ਵਾਲੀ ਔਰਤ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਸਾਨੂੰ ਟੀਨਾ ਦੇ ਲਈ ਰਿਸ਼ਤਾ ਚਾਹੀਦਾ। ਉਹ ਵੀ ਹੈਰਾਨ ਹੋ ਗਈ ਕਿ ਇੰਨੀ ਛੋਟੀ ਜਿਹੀ ਬੱਚੀ ਦਾ ਵਿਆਹ ਕਰਨ ਦੀ ਕੀ ਜ਼ਰੂਰਤ ਆ। ਪਰੇਸ਼ਾਨ ਮੈਂ ਵੀ ਬਹੁਤ ਸੀ ਕਿ ਕਿਵੇਂ ਆਪਣੀ ਫੁੱਲਾਂ ਵਰਗੀ ਬੱਚੀ ਦਾ ਵਿਆਹ ਕਰ ਦੇਵਾਂ। ਉਸ ਨੂੰ ਅਜੇ ਘਰ ਦੇ ਕੰਮਕਾਜ ਵੀ ਨਹੀਂ ਆਉਂਦੇ। ਅਗਲੇ ਦਿਨ ਕਰੀਬ 1 ਵਜੇ ਸਾਡੇ ਘਰ ਦੇ ਦਰਵਾਜ਼ੇ ਦੀ ਬੈਲ ਵੱਜੀ। ਮੈਂ ਦਰਵਾਜ਼ਾ ਖੋਲ੍ਹਿਆ ਤੇ ਦੇਖਿਆ ਸਾਹਮਣੇ ਇੱਕ ਵੱਡੀ ਸਾਰੀ ਕਾਲੇ ਰੰਗ ਦੀ ਗੱਡੀ ਖੜੀ ਸੀ। ਉਸ ਵਿੱਚੋਂ ਇੱਕ ਔਰਤ ਨਿਕਲੀ ਤੇ ਮੇਰੇ ਕੋਲ ਆਈ। ਉਸ ਦੇ ਅੰਦਾਜ਼ ਤੋਂ ਇਹੀ ਲੱਗਦਾ ਸੀ ਕਿ ਉਹ ਬਹੁਤ ਅਮੀਰ ਘਰਾਣੇ ਦੀ ਔਰਤ ਆ। ਉਹ ਕਹਿਣ ਲੱਗੀ, ਤੁਹਾਡੇ ਘਰ ਬੇਟੀਆਂ? ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਉਹ ਮੁਸਕਰਾ ਕੇ ਬੋਲੀ, ਮੈਂ ਜਾਣਦੀ ਹਾਂ, ਪਰ ਦਰਵਾਜ਼ੇ 'ਤੇ ਖੜ ਕੇ ਗੱਲਾਂ ਕਰਨੀਆਂ ਚੰਗੀ ਗੱਲ ਨਹੀਂ। ਮੈਂ ਅੰਦਰ ਆ ਸਕਦੀ ਹਾਂ? ਉਸ ਦੇ ਨਾਲ ਉਹ ਰਿਸ਼ਤੇ ਕਰਵਾਉਣ ਵਾਲੀ ਔਰਤ ਵੀ ਸੀ। ਮੈਂ ਉਹਨਾਂ ਨੂੰ ਅੰਦਰ ਲਿਆ ਕੇ ਕਮਰੇ ਵਿੱਚ ਬਿਠਾ ਦਿੱਤਾ ਤੇ ਉਸ ਦੇ ਸਾਹਮਣੇ ਟੀਨਾ ਨੂੰ ਲਿਆ ਕੇ ਬਿਠਾ ਦਿੱਤਾ। ਉਸ ਔਰਤ ਨੂੰ ਟੀਨਾ ਪਸੰਦ ਆ ਗਈ ਤਾਂ ਮੈਂ ਬਿਨਾਂ ਲੜਕਾ ਦੇਖੇ ਹੀ ਹਾਂ ਕਰ ਦਿੱਤੀ ਤੇ ਕਿਹਾ ਕਿ ਮੈਂ ਇਹ ਵਿਆਹ ਹਫ਼ਤੇ ਦੇ ਵਿੱਚ ਕਰਨਾ ਚਾਹੁੰਦੀ ਹਾਂ। ਉਹ ਔਰਤ ਬੋਲੀ, ਠੀਕ ਆ, ਜਿਵੇਂ ਤੁਸੀਂ ਸਹੀ ਸਮਝੋ। ਸ਼ਾਮ ਨੂੰ ਟੀਨਾ ਦੇ ਪਾਪਾ ਘਰ ਆ ਗਏ। ਮੈਂ ਉਹਨਾਂ ਨੂੰ ਦੱਸਿਆ। ਉਹ ਵੀ ਕੁਝ ਨਹੀਂ ਬੋਲੇ ਤੇ ਕਹਿੰਦੇ, ਜੋ ਕੀਤਾ ਸਹੀ ਕੀਤਾ ਬਸ। ਟੀਨਾ ਵੀ ਇਸ ਵਿਆਹ ਤੋਂ ਖੁਸ਼ ਸੀ ਕਿਉਂਕਿ ਉਸ ਨੂੰ ਤਾਂ ਨਵੇਂ-ਨਵੇਂ ਕੱਪੜਿਆਂ ਦਾ ਹੀ ਚਾਅ ਸੀ। ਤਨੂ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਮੇਰੇ ਨਾਲ ਬਹੁਤ ਲੜੀ। ਉਹ ਕਹਿਣ ਲੱਗੀ, ਮੰਮੀ, ਤੂੰ ਬਸ ਇੱਕ ਔਰਤ ਦੀ ਗੱਡੀ ਦੇਖ ਲਈ ਤੇ ਉਸ 'ਤੇ ਹੀ ਲੱਟੂ ਹੋ ਗਈ। ਕਦੇ ਇਹ ਵੀ ਸੋਚਿਆ ਕਿ ਟੀਨਾ ਬਹੁਤ ਛੋਟੀ ਆ, ਉਹ ਵਿਆਹ ਵਰਗੀਆਂ ਚੀਜ਼ਾਂ ਨੂੰ ਨਹੀਂ ਸਮਝਦੀ।
ਤੁਸੀਂ ਉਸ ਨੂੰ ਕੱਪੜੇ ਅਤੇ ਜੁੱਤੀਆਂ ਦਾ ਲਾਲਚ ਦੇ ਕੇ ਖੁਸ਼ ਕਰ ਰਹੇ ਹੋ। ਜਦੋਂ ਉਸ ਨੂੰ ਇਹ ਸਭ ਛੱਡ ਕੇ ਜਾਣਾ ਪਵੇਗਾ ਉਦੋਂ ਉਸ ਉੱਤੇ ਕੀ ਬੀਤੇਗੀ ਨਹੀਂ ਜਾਣਦੇ ਤੁਸੀਂ। ਮੈਂ ਤਨੂ ਸਾਹਮਣੇ ਰੋਣ ਲੱਗੀ ਤੇ ਹੱਥ ਜੋੜ ਕੇ ਖੜ ਗਈ। ਕਿਹਾ, ਤੂੰ ਰੱਬ ਦੇ ਵਾਸਤੇ ਚੁੱਪ ਕਰ ਜਾ, ਰੱਬ ਦੇ ਵਾਸਤੇ ਆਪਣਾ ਮੂੰਹ ਬੰਦ ਰੱਖੀ। ਤੈਨੂੰ ਨਹੀਂ ਪਤਾ ਮੈਂ ਕਿੰਨੀ ਪਰੇਸ਼ਾਨ ਆ, ਤੂੰ ਮੈਨੂੰ ਹੋਰ ਪਰੇਸ਼ਾਨ ਨਾ ਕਰ। ਟੀਨਾ ਦੇ ਵਿਆਹ ਵਿੱਚ 2 ਦਿਨ ਰਹਿ ਗਏ ਸੀ। ਉਹ ਕਮਲੀ ਤਾਂ ਇਹ ਦਿਨ ਉਂਗਲਾਂ ਤੇ ਗਿਣ ਗਿਣ ਕੇ ਕੱਟਦੀ ਸੀ। ਆਂਢ ਗੁਆਂਢ ਨੂੰ ਜਦੋਂ ਪਤਾ ਲੱਗਿਆ ਟੀਨਾ ਦੇ ਵਿਆਹ ਬਾਰੇ ਤਾਂ ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਣ ਲੱਗੇ। ਕਈ ਤਾਂ ਉਸਦੇ ਕਰੈਕਟਰ ਤੇ ਵੀ ਸਵਾਲ ਕਰ ਚੁੱਕੇ ਸੀ। ਪੰਕਜ ਦੀ ਹਾਲਤ ਦਿਨ ਬ ਦਿਨ ਗੰਭੀਰ ਹੁੰਦੀ ਜਾਂਦੀ ਸੀ। ਉਸ ਨੂੰ ਹਸਪਤਾਲ ਵਿੱਚ ਐਡਮਿਟ ਕਰਵਾਉਣਾ ਪਿਆ। ਇੱਧਰ ਤਨੂ ਨੇ ਆਪਣਾ ਰੌਲਾ ਪਾ ਰੱਖਿਆ ਸੀ। ਆਖਿਰ ਮੈਂ ਉਸ ਨੂੰ ਵੀ ਆਪਣੇ ਸੁਪਨੇ ਬਾਰੇ ਦੱਸ ਦਿੱਤਾ। ਉਸ ਨੇ ਹੈਰਾਨ ਹੋ ਕੇ ਕਿਹਾ ਕਿ ਤੂੰ ਆਪਣੇ ਬੇਟੇ ਦੀ ਖਾਤਰ ਆਪਣੀ ਬੇਟੀ ਦੀ ਕੁਰਬਾਨੀ ਦੇ ਦਿੱਤੀ। ਉਸ ਲੜਕੇ ਬਾਰੇ ਕੋਈ ਛਾਣਬੀਣ ਵੀ ਕੀਤੀ, ਉਹਦੇ ਘਰ ਜਾ ਕੇ ਵੀ ਨਹੀਂ ਦੇਖਿਆ। ਤੁਸੀਂ ਤਾਂ ਟੀਨਾ ਦੇ ਹੋਣ ਵਾਲੇ ਪਤੀ ਦੀ ਫੋਟੋ ਵੀ ਨਹੀਂ ਦੇਖੀ। ਇੱਧਰ ਟੀਨਾ ਦੀ ਬਰਾਤ ਆ ਚੁੱਕੀ ਸੀ। ਤਨੂ ਨੇ ਕਿਹਾ, ਸ਼ੁਕਰ ਆ ਇਹ ਘੱਟ ਉਮਰ ਦਾ ਲੜਕਾ, ਜੇ ਇਸ ਦੀ ਜਗ੍ਹਾ ਕੋਈ 40 ਸਾਲ ਦਾ ਆਦਮੀ ਹੁੰਦਾ ਤਾਂ ਕੀ ਕਰ ਲੈਂਦੇ। ਮੈਂ ਉਸ ਨੂੰ ਕਿਹਾ, ਤੂੰ ਸਾਰੀਆਂ ਗੱਲਾਂ ਸੱਚ ਕਹੀਆਂ, ਪਰ ਮੈਂ ਜਾਣਦੀ ਆ ਕਿ ਮੈਨੂੰ ਵੀ ਕਿੰਨਾ ਦੁੱਖ ਆ। ਟੀਨਾ ਦੀ ਵਿਦਾਈ ਹੋ ਗਈ। ਘਰ ਵਿੱਚੋਂ ਅਜਿਹੀ ਹਾਲਤ ਸੀ ਜਿਵੇਂ ਕਿਸੇ ਦੀ ਕੋਈ ਅਰਥੀ ਨਿਕਲੀ ਹੋਵੇ। ਮੈਨੂੰ ਸਾਰੀ ਰਾਤ ਨੀਂਦ ਨਾ ਆਈ। ਮੈਂ ਉੱਠ ਕੇ ਬਾਹਰ ਗਈ ਤਾਂ ਮੈਨੂੰ ਮਹਿਸੂਸ ਹੋਇਆ ਕਿ ਕੰਧ ਦੇ ਨਾਲ ਕੁਝ ਪਿਆ। ਜਦੋਂ ਮੈਂ ਕੰਧ ਦੇ ਕੋਲ ਜਾ ਕੇ ਦੇਖਿਆ ਤਾਂ ਉੱਥੇ ਕਾਲਾ ਬੈਗ ਪਿਆ ਸੀ। ਮੈਂ ਹੈਰਾਨ ਹੋਈ ਕਿ ਆਖਿਰ ਇਸ ਬੈਗ ਵਿੱਚ ਕੀ ਆ, ਕਿਸ ਦਾ ਹੋ ਸਕਦਾ। ਮੈਂ ਚੁੱਕਣ ਲੱਗੀ ਤਾਂ ਉਹ ਇੰਨਾ ਜ਼ਿਆਦਾ ਭਾਰਾ ਸੀ ਕਿ ਮੈਂ ਉਸ ਨੂੰ ਘਸੀਟ ਕੇ ਅੰਦਰ ਲੈ ਕੇ ਆਈ। ਜਦੋਂ ਖੋਲ੍ਹ ਕੇ ਦੇਖਿਆ ਤਾਂ ਮੇਰੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ, ਕਿਉਂਕਿ ਉਹ ਬੈਗ ਪੈਸਿਆਂ ਨਾਲ ਭਰਿਆ ਹੋਇਆ ਸੀ। ਮੈਂ ਭੱਜ ਕੇ ਆਪਣੇ ਕਮਰੇ ਵਿੱਚ ਗਈ ਤਾਂ ਪ੍ਰਤਾਪ ਨੂੰ ਉਠਾ ਕੇ ਲਿਆਈ। ਉਹ ਘਬਰਾ ਕੇ ਬਾਹਰ ਆਏ ਤੇ ਬੋਲੇ, ਰਮਾ ਤੇਰਾ ਸੁਪਨਾ ਸੱਚ ਹੋ ਗਿਆ। ਮੈਂ ਤੇ ਪ੍ਰਤਾਪ ਨੇ ਪੈਸੇ ਗਿਣਨ ਦੀ ਕੋਸ਼ਿਸ਼ ਕੀਤੀ, ਪਰ ਉਹ ਬਹੁਤ ਜ਼ਿਆਦਾ ਸੀ। ਅਸੀਂ ਸਾਰੀ ਰਾਤ ਰੱਬ ਦਾ ਧੰਨਵਾਦ ਕਰਦੇ ਰਹੇ। ਸਵੇਰ ਹੋਈ ਤਾਂ ਪ੍ਰਤਾਪ ਹਸਪਤਾਲ ਚਲੇ ਗਏ। ਸਾਨੂੰ ਹਸਪਤਾਲ ਵਾਲਿਆਂ ਨੇ ਕਿਹਾ ਹੁਣ ਗੁਰਦਾ ਟਰਾਂਸਪਲਾਂਟ ਕਰਾਉਣਾ ਪੈਣਾ। ਪ੍ਰਤਾਪ ਨੇ ਡਾਕਟਰ ਨੂੰ ਕਹਿ ਦਿੱਤਾ ਕਿ ਤੁਸੀਂ ਗੁਰਦੇ ਦਾ ਇੰਤਜ਼ਾਮ ਕਰ ਲਓ। ਅਸੀਂ ਪੈਸੇ ਦਾ ਇੰਤਜ਼ਾਮ ਕਰ ਲਿਆ। ਇਹ ਤਾਂ ਇੰਜ ਲੱਗਦਾ ਸੀ ਜਿਵੇਂ ਕੋਈ ਕ੍ਰਿਸ਼ਮਾ ਹੋ ਗਿਆ ਹੋਵੇ। ਅਗਲੇ ਹੀ ਦਿਨ ਪੰਕਜ ਲਈ ਗੁਰਦਾ ਵੀ ਮਿਲ ਚੁੱਕਿਆ ਸੀ, ਪਰ ਪੰਕਜ ਬੇਹੋਸ਼ ਸੀ। ਡਾਕਟਰ ਨੇ ਕਿਹਾ ਜਦੋਂ ਹੋਸ਼ ਆਊਗਾ ਮੈਂ ਉਦੋਂ ਹੀ ਆਪਰੇਸ਼ਨ ਕਰਨਾ ਸ਼ੁਰੂ ਕਰੂੰਗਾ। ਮੈਂ ਤੇ ਪ੍ਰਤਾਪ ਬੁਰੇ ਹਾਲਾਤ ਵਿੱਚ ਫਸੇ ਹੋਏ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸਾਰਾ ਕੁਝ ਖਤਮ ਹੋ ਗਿਆ ਹੋਵੇ। 2 ਦਿਨ ਬਾਅਦ ਮੇਰੇ ਬੇਟੇ ਨੂੰ ਹੋਸ਼ ਆਇਆ। ਜਲਦੀ ਤੋਂ ਜਲਦੀ ਉਸ ਦਾ ਆਪਰੇਸ਼ਨ ਸ਼ੁਰੂ ਕਰ ਦਿੱਤਾ। ਆਪਰੇਸ਼ਨ ਹੋ ਗਿਆ ਤੇ ਸਾਨੂੰ ਤਾਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਆਪਰੇਸ਼ਨ ਤੋਂ ਬਾਅਦ ਮੰਜ਼ਿਲ ਆਸਾਨ ਹੋ ਜਾਊਗੀ, ਪਰ ਇਹ ਸਾਡੀ ਗਲਤਫਹਿਮੀ ਸੀ। ਅੱਗੇ ਦੇ ਰਸਤੇ ਹੋਰ ਵੀ ਕਠਿਨ ਸੀ। ਵਕਤ ਗੁਜ਼ਰਦਾ ਗਿਆ ਤੇ ਪੰਕਜ ਹੁਣ ਠੀਕ ਹੋ ਗਿਆ ਸੀ। ਹਸਪਤਾਲ ਦੇ ਚੱਕਰਾਂ ਵਿੱਚ ਟੀਨਾ ਨੂੰ ਤਾਂ ਭੁੱਲ ਹੀ ਗਏ ਸੀ। ਮੈਨੂੰ ਹੁਣ ਟੀਨਾ ਦੀ ਯਾਦ ਸਤਾਉਣ ਲੱਗੀ। ਉੱਠਦੇ ਬੈਠਦੇ ਮੈਨੂੰ ਉਸ 'ਤੇ ਹੀ ਖਿਆਲ ਆਉਣ ਲੱਗੇ। ਮੈਂ ਟੈਕਸੀ ਫੜ ਕੇ ਟੀਨਾ ਦੇ ਘਰ ਪਹੁੰਚ ਗਈ। ਸਾਹਮਣੇ ਦਾ ਮੰਜ਼ਰ ਦੇਖ ਕੇ ਮੇਰੀ ਤਾਂ ਜਾਨ ਨਿਕਲ ਗਈ, ਕਿਉਂਕਿ ਟੀਨਾ ਦੇ ਸਾਹਮਣੇ ਬਹੁਤ ਸਾਰੇ ਬੈਗ ਪਏ ਸੀ। ਉਸਨੇ ਮੈਨੂੰ ਦੇਖਿਆ ਤਾਂ ਭੱਜ ਕੇ ਆ ਗਈ ਤੇ ਮੇਰੇ ਗਲੇ ਲੱਗ ਕੇ ਰੋਣ ਲੱਗੀ। ਕਹਿਣ ਲੱਗੀ, ਮੰਮੀ ਮੈਨੂੰ ਘਰ ਲੈ ਚੱਲੋ। ਉਹ ਮੈਨੂੰ ਦੱਸਣ ਲੱਗੀ ਕਿ ਮੰਮੀ ਜਦੋਂ ਦਾ ਮੈਨੂੰ ਇੱਥੇ ਵਿਆਹ ਕੇ ਲਿਆਂਦਾ ਮੈਂ ਇੱਕ ਵਾਰ ਵੀ ਆਪਣੇ ਪਤੀ ਦੀ ਸ਼ਕਲ ਨਹੀਂ ਦੇਖੀ। ਉਹ ਤਾਂ ਇੱਥੇ ਆਇਆ ਹੀ ਨਹੀਂ। ਮੇਰੀ ਸੱਸ ਰੋਜ਼ ਮੈਨੂੰ ਨਵੇਂ-ਨਵੇਂ ਲੋਕਾਂ ਨਾਲ ਮਿਲਣ ਦੇ ਤੌਰ ਤਰੀਕੇ ਸਿਖਾਉਂਦੀ ਆ, ਕਿਵੇਂ ਉੱਠਣਾ, ਕਿਵੇਂ ਬੈਠਣਾ ਤੇ ਕਿਵੇਂ ਖਾਣਾ ਪੀਣਾ। ਇਹ ਮੈਨੂੰ ਇੱਕ ਅਜਿਹੀ ਦਵਾਈ ਖਵਾਉਂਦੀ ਆ ਜਿਸ ਨਾਲ ਮੇਰਾ ਸਰੀਰ ਫੁੱਲਦਾ ਜਾ ਰਿਹਾ। ਮੈਂ ਇਹਨਾਂ ਦੇ ਮੂੰਹੋਂ ਇਹ ਵੀ ਸੁਣਿਆ ਕਿ ਇਹ ਉਸ ਲੜਕੇ ਨਾਲ ਗਰੀਬ ਲੜਕੀਆਂ ਦਾ ਵਿਆਹ ਕਰਵਾ ਦਿੰਦੀ ਆ ਤੇ ਬਹੁਤ ਸਾਰੇ ਪੈਸੇ ਉਹਨਾਂ ਦੇ ਘਰ ਭੇਜ ਦਿੰਦੀ ਆ ਤਾਂ ਕਿ ਉਹ ਪੈਸੇ ਦੇ ਲਾਲਚ ਵਿੱਚ ਆ ਕੇ ਆਪਣੀ ਬੇਟੀ ਨੂੰ ਭੁੱਲ ਜਾਣ। ਗਰੀਬ ਲੋਕ ਪੈਸਾ ਦੇਖ ਕੇ ਕੁਝ ਮਹੀਨਿਆਂ ਵਿੱਚ ਹੀ ਆਪਣੀ ਬੇਟੀ ਨੂੰ ਭੁੱਲ ਜਾਂਦੇ ਨੇ। ਇੰਨੇ ਚਿਰ ਵਿੱਚ ਹੀ ਉਹ ਉਸ ਲੜਕੀ ਨੂੰ ਸ਼ਹਿਰ ਤੋਂ ਬਾਹਰ ਭੇਜ ਕੇ ਵੇਚ ਦਿੰਦੇ ਤੇ ਖੁਦ ਵੀ ਸ਼ਹਿਰ ਬਦਲ ਲੈਂਦੇ। ਇਹ ਤਾਂ ਰੱਬ ਦਾ ਸ਼ੁਕਰ ਆ ਕਿ ਮਾਂ ਤੂੰ ਅੱਜ ਟਾਈਮ 'ਤੇ ਪਹੁੰਚ ਗਈ, ਨਹੀਂ ਤਾਂ ਮੈਂ ਵੀ ਤੁਹਾਨੂੰ ਕਦੇ ਨਾ ਮਿਲਦੀ। ਖੈਰ ਉਸ ਟਾਈਮ ਉੱਥੇ ਕੋਈ ਨਹੀਂ ਸੀ। ਮੈਂ ਫਟਾਫਟ ਆਪਣੀ ਬੇਟੀ ਨੂੰ ਲੈ ਕੇ
ਨਿਕਲਣ ਦੀ ਕੀਤੀ। ਮੈਂ ਚਾਹੁੰਦੀ ਤਾਂ ਪੁਲਿਸ ਕੋਲ ਵੀ ਜਾ ਸਕਦੀ ਸੀ, ਪਰ ਉਹ ਇੰਨੀ ਜ਼ਿਆਦਾ ਤਾਕਤਵਰ ਸੀ ਕਿ ਮੈਂ ਡਰ ਗਈ। ਮੈਂ ਆਪਣੀ ਬੇਟੀ ਨੂੰ ਲੈ ਕੇ ਆਪਣੇ ਘਰ ਆ ਗਈ। ਮੈਂ ਅੱਜ ਵੀ ਦੰਗ ਹੋ ਕੇ ਰਹਿ ਜਾਂਦੀ ਹਾਂ ਕਿ ਇਹ ਫਰਾਡ ਲੋਕ ਨਾ ਜਾਣੇ ਕੀ ਕਰ ਸਕਦੇ ਆ, ਕਿਸ ਹੱਦ ਤੱਕ ਪਹੁੰਚ ਜਾਂਦੇ ਆ। ਰੱਬਾ ਇਹਨਾਂ ਲੋਕਾਂ ਤੋਂ ਸਾਨੂੰ ਬਚਾਵੀਂ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।